ਦੋਸਤੋ ਕਦੀ ਕਦੀ ਪੁਰਾਣੀਆਂ ਜਿਹੜੇ ਡਰਾਮੇ ਨੇ ਨਾਟਕ ਨੇ ਉਹਨਾਂ ਨੂੰ ਪੜ੍ਹੀਏ ਜਾਂ ਵੇਖੀਏ ਨਾ ਤੇ ਯਾਦ ਆ ਜਾਂਦਾ ਕਿ ਯਾਰ ਸਾਡੇ ਨਾਲ ਤਾਂ ਮੁਸਲਸਲ ਹੀ ਨਾਟਕ ਹੋ ਰਹੇ ਨੇ। ਮੈਂ ਚੰਦ ਦਿਨ ਪਹਿਲੇ ਵੇਖਿਆ ਕਿ ਫਲਸਤੀਨ ਦੀ ਵਜ੍ਹਾ ਨਾਲ ਨਾ ਜਿਹੜੇ ਮਸ਼ਹੂਰ ਬ੍ਰਾਂਡ ਨੇ ਇੰਟਰਨੈਸ਼ਨਲ ਡਰਿੰਕਸ ਦੇ ਕੋਕਾ ਕੋਲਾ, ਪੈਪਸੀ, ਸਪਰਾਈਟ ਔਰ ਫਾਂਟਾ ਔਰ ਇਹੋ ਜਿਹੇ ਹੋਰ ਜਿਹੜੇ ਨੇ ਉਹ ਡਰਿੰਕਸ ਜਿਹੜੇ ਨੇ ਉਹਨਾਂ ਦੇ ਖਿਲਾਫ ਇੱਕ ਕੰਪੇਨ ਚੱਲੀ ਕਿ ਇਹ ਚੂੰਕਿ ਇਹਨਾਂ ਦੇ ਫੰਡਸ ਜਿਹੜੇ ਨੇ ਇਜ਼ਰਾਈਲ ਦੀ ਹਮਾਇਤ ਵਾਸਤੇ ਇਸਤੇਮਾਲ ਹੋ ਰਹੇ ਨੇ, ਇਹਨਾਂ ਦੇ ਫਰਮਾਂ ਦੇ ਜਿਹੜੇ ਮਾਲਕਾਨ ਨੇ ਉਹਨਾਂ ਦੇ ਵਿੱਚ ਸ਼ੇਅਰ ਨੇ ਯਹੂਦੀਆਂ ਦੇ, ਤੇ ਇਹਦਾ ਬਾਈਕਾਟ ਕੀਤਾ ਜਾਵੇ। ਅੱਛਾ, ਇਹ ਬੜੀ ਮੁਨਜ਼ਮ ਇੱਕ ਜਿਹੜੀ ਕੰਪੇਨ ਚੱਲੀ ਪਾਕਿਸਤਾਨ ਦੇ ਵਿੱਚ। ਮੈਨੂੰ ਉਦੋਂ ਸ਼ੱਕ ਸੀ ਕਿ ਇਹਦੇ ਵਿੱਚ ਫਲਸਤੀਨ ਦੀ ਹਮਾਇਤ ਨਾਲੋਂ ਜ਼ਿਆਦਾ ਇਹ ਜਿਹੜੇ ਕੋਈ ਕਾਰੋਬਾਰੀ ਮੁਫਾਦਾਤ ਹੈਗੇ ਨੇ ਕੋਈ ਮਕਾਮੀ ਲੋਕਾਂ ਦੇ, ਤੇ ਉਹ ਇਹਨੂੰ ਇਸਤੇਮਾਲ ਕਰਨਾ ਚਾਹ ਰਹੇ। ਅੱਛਾ, ਉਹ ਲੋਕਾਂ ਨੇ ਬਾਈਕਾਟ ਕੀਤਾ। ਸਮਝ 'ਚ ਆਉਂਦੀ ਗੱਲ ਕਿ ਜਦੋਂ ਫਲਸਤੀਨੀ ਬੱਚਿਆਂ ਦੀਆਂ ਲਾਸ਼ਾਂ ਵੇਖਦੇ ਨੇ, ਮਕਾਨਾਤ ਬਰਬਾਦ ਹੋਏ ਵੇਖਦੇ ਨੇ, ਮਸਾਜਿਦ ਸ਼ਹੀਦ ਵੇਖਦੇ ਨੇ ਔਰ ਲੋਕਾਂ ਦੇ ਉੱਥੇ ਹਾਲਤ ਵੇਖਦੇ ਨੇ, ਔਰ ਫਿਰ ਵੇਖਦੇ ਨੇ ਕਿ ਪੂਰੀ ਦੁਨੀਆ ਉਹਨਾਂ ਦੀ ਕੋਈ ਮਦਦ ਨਹੀਂ ਕਰ ਪਾ ਰਹੀ, ਉਹ ਬੇਯਾਰੋ ਮਦਦਗਾਰ ਪਏ ਨੇ, ਤੇ ਉਹਨਾਂ ਦੇ ਦਿਲ ਦੇ ਵਿੱਚ ਆਪਣੇ ਮੁਸਲਮਾਨ ਭੈਣ ਭਰਾਵਾਂ ਵਾਸਤੇ ਬੜਾ ਇੱਕ ਜਜ਼ਬਾ ਉੱਠਿਆ ਤੇ ਉਹਨਾਂ ਨੇ ਬਾਈਕਾਟ ਕੀਤਾ। ਈਦ ਐਸਾ ਇੱਕ ਮੌਕਾ ਹੁੰਦਾ ਵੇ ਕਿ ਸੌਫਟ ਡਰਿੰਕ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਨੇ ਨਾ ਉਹ ਵਿਕਦੇ ਨੇ। ਹਰ ਘਰ ਦੇ ਵਿੱਚ ਬੜੀ ਕਈ ਬੋਤਲਾਂ ਜਿਹੜੀਆਂ ਵੱਡੀਆਂ ਨੇ ਉਹ ਲੈ ਕੇ ਆਈਆਂ ਜਾਂਦੀਆਂ ਨੇ, ਮਹਿਮਾਨਾਂ ਨੂੰ ਸਰਵ ਕੀਤੀਆਂ ਜਾਂਦੀਆਂ। ਇਸ ਦਫਾ ਜਿਹੜਾ ਹੋਇਆ ਕਿ ਜਿੰਨੀ ਬੋਤਲ ਵਿਕੀ, ਮੇਰੀ 2-3 ਦੁਕਾਨਦਾਰਾਂ ਨਾਲ ਗੱਲ ਹੋਈ ਜਦੋਂ ਪਹਿਲੀ ਇਨਫੋਰਮੇਸ਼ਨ ਮੇਰੇ ਕੋਲ ਆਈ ਨਾ, ਤੇ ਉਹਦੀ ਬੁਨਿਆਦ ਤੇ ਮੈਂ ਫਿਰ ਜਾ ਕੇ ਪੁੱਛਿਆ। ਉਹਨਾਂ ਕਿਹਾ ਜੀ ਕਿ ਲੋਕਾਂ ਨੇ ਬਾਈਕਾਟ ਕੀਤਾ ਔਰ ਲੋਕ ਪਾਕਿਸਤਾਨ ਦੇ ਕੁਝ ਬ੍ਰਾਂਡ ਨੇ, ਨੈਕਸਟ ਕੋਲਾ ਤੇ ਇਹੋ ਜਿਹੇ ਕੁਝ ਹੋਰ ਚੀਜ਼ਾਂ ਨੇ ਜਿਹੜੇ ਮੁਕਾਮੀ ਨੇ, ਤੇ ਉਹਨਾਂ ਨੇ ਕਿ ਲੋਕਾਂ ਨੇ ਉਹ ਲੈਣੇ ਸ਼ੁਰੂ ਕੀਤੇ। ਗੋਰਮੇ ਦੇ ਇੱਕ ਦੋ ਹੋਰ ਵੀ ਨੇ, ਤੇ ਉਹਨਾਂ ਕਿ ਉਹ ਲੈਣੇ ਸ਼ੁਰੂ ਕੀਤੇ ਔਰ ਉਹ ਆਰਡਰ ਇੰਨਾ ਜ਼ਿਆਦਾ ਸੀ, ਡਿਮਾਂਡ, ਕਿ ਉਹ ਸਪਲਾਈ ਕਰਨ ਵਾਲੀ ਕੰਪਨੀਆਂ ਦੇ ਜਿਹੜੇ ਬੰਦੇ ਸਨ ਉਹਨਾਂ ਦਾ ਦਿਮਾਗ ਹੀ ਸਮਾਨਾਂ ਨੂੰ ਚਲਾ ਗਿਆ। ਔਰ ਫਿਰ ਇੱਕ ਜਿਹੜੀ ਚੀਜ਼ ਵੇਖੀ ਗਈ ਉਹ ਇਹ ਵੇਖੇ ਰੇਟ ਜਿਹੜੇ ਸਨ, ਇਹ ਕੰਪਨੀਆਂ ਜਿਹੜੀਆਂ ਨੇ ਇਹਨਾਂ ਦੀ ਕੁਆਲਿਟੀ, ਯਾਨੀ ਉਹ ਜਿਹੜਾ ਪਾਣੀ ਹੈ ਉਹਦੀ ਉਹ ਕੁਆਲਿਟੀ ਨਹੀਂ ਹੈਗੀ ਜਿਹੜੀ ਇੰਟਰਨੈਸ਼ਨਲ ਜਿਹੜੇ ਸਟੈਂਡਰਡ ਦੇ ਜਿਹੜੇ ਡਰਿੰਕਸ ਪਾਕਿਸਤਾਨ ਦੇ ਵਿੱਚ ਸਰਵ ਕੀਤੇ ਜਾ ਰਹੇ ਸਨ ਉਹਨਾਂ ਦੇ ਮੁਤਾਬਕ ਹੋਵੇ, ਉਹ ਨਹੀਂ ਹੋਈ। ਫਿਰ ਇਹ ਹੋਇਆ ਕਿ ਉਹਦੀ ਜਿਹੜੀ ਪੈਕਿੰਗ ਔਰ ਬਾਕੀ ਮਟੀਰੀਅਲ ਉਹ ਵੀ ਉਸ ਸਤ੍ਹਾ ਦਾ ਨਹੀਂ ਹੈਗਾ। ਫਿਰ ਤੀਸਰੀ ਗੱਲ ਇਹ ਵੇ ਕਿ ਉਹਦੇ ਵਿੱਚ ਕੀਮਤਾਂ ਦਾ ਇੱਕ ਫਰਕ ਹੋਣਾ ਚਾਹੀਦਾ ਸੀ। ਇਹਨਾਂ ਦੇ ਉੱਤੇ ਉਹ ਇੰਟਰਨੈਸ਼ਨਲ ਲਾਇਸੈਂਸਿੰਗ ਔਰ ਉਹ ਸਾਰੀਆਂ ਚੀਜ਼ਾਂ ਦੇ ਅਖਰਾਜਾਤ ਨਹੀਂ ਹੈਗੇ, ਔਰ ਬਹੁਤ ਸਾਰੀਆਂ ਇਹਨਾਂ ਨੂੰ ਮਕਾਮੀ ਇੰਡਸਟਰੀ ਹੁੰਦੀ ਵਜ੍ਹਾ ਨਾਲ ਸਹੂਲਤਾਂ ਵੀ ਨੇ। ਇਹਨਾਂ ਨੇ ਉਹ ਸਹੂਲਤਾਂ ਔਰ ਉਹ ਸਾਰਾ ਕੁਝ ਰਿਆਇਤਾਂ ਜਿਹੜੀਆਂ ਨੇ ਉਹਦਾ ਫਾਇਦਾ ਲੋਕਾਂ ਨੂੰ ਨਹੀਂ ਦਿੱਤਾ, ਔਰ ਲਗਭਗ ਉਹੀ ਕੀਮਤ ਰੱਖੀ ਜਿਹੜੀ ਕੀਮਤ ਇੰਟਰਨੈਸ਼ਨਲ ਡਰਿੰਕਸ ਦੀ ਹੈ। ਇਹਦੇ ਨਾਲ ਇਹ ਹੋਇਆ ਕਿ ਇੱਥੋਂ ਦੇ ਲੋਕਾਂ ਨੂੰ ਕੁਝ ਰਿਆਇਤ ਨਹੀਂ ਮਿਲ ਸਕੀ। ਅੱਛਾ, ਉਹ ਤਾਂ ਆਪਣੇ ਫਾਇਦੇ ਦੇ ਵਿੱਚ ਅਸੀਂ ਮੰਨ ਲਈ ਗੱਲ ਇਹਨਾਂ ਲੋਕਾਂ ਦੀ ਜਿਨ੍ਹਾਂ ਨੇ ਇੰਟਰਨੈਸ਼ਨਲ ਬ੍ਰਾਂਡਸ ਦੇ ਜਿਹੜੇ ਡਰਿੰਕਸ ਹਨ ਉਹਨਾਂ ਦੇ ਬਾਈਕਾਟ ਦੀ ਗੱਲ ਕੀਤੀ ਸੀ ਕਿ ਉਹ ਉਹਦੇ ਵਿੱਚੋਂ ਕੁਝ ਸ਼ੇਅਰ ਦਿੰਦੇ ਨੇ ਇਜ਼ਰਾਈਲ ਵਾਸਤੇ, ਯਹੂਦੀਆਂ ਦੀ ਵਾਸਤੇ, ਫਲਸਤੀਨ ਦੇ ਖਿਲਾਫ, ਇਹ ਅਸੀਂ ਮੰਨ ਲਈ ਗੱਲ। ਪਰ ਉਹ ਜਿਹੜਾ ਹਿੱਸਾ ਕੱਢਦੇ ਸਨ ਉਹਦੇ ਬਾਵਜੂਦ ਉਹਨਾਂ ਨੂੰ ਬਹੁਤ ਵੱਡੇ ਨਫਾ ਤਾਂ ਮਿਲਦਾ ਸੀ ਨਾ, ਤੇ ਇੰਨਾ ਨਫਾ ਫਿਰ ਇਹਨਾਂ ਨੂੰ ਵੀ ਮਿਲ ਰਿਹਾ ਹੈ। ਇਹ ਜਿਹੜੇ ਸਾਡੇ ਆਪਣੇ ਡਰਿੰਕਸ ਨੇ ਇਹ ਇਸ ਨਫੇ ਨਾਲ ਕੀ ਕਰਦੇ ਪਏ ਨੇ? ਕੀ ਇਸ ਨਫੇ ਦੇ ਨਾਲ ਇਹ ਫਲਸਤੀਨੀਆਂ ਦੀ ਕੋਈ ਮਦਦ ਵਾਸਤੇ ਕੁਝ ਫੰਡਸ ਰੱਖਣ ਡਏ ਨੇ? ਮੈਂ ਤਲਾਸ਼ ਕੀਤੀ, ਇਹ ਗੱਲ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੋਈ ਐਸੀ ਹੈ ਗੱਲ, ਲੇਕਿਨ ਮੈਨੂੰ ਜਵਾਬ ਮਿਲਿਆ ਕਿ ਨਹੀਂ। ਇਹ ਸਾਰੇ ਦੇ ਸਾਰੇ ਪੈਸੇ ਜਿਹੜੇ ਨੇ ਇਹ ਆਪਣੇ ਕਾਰੋਬਾਰ ਨੂੰ ਫਾਇਦੇ ਵਾਸਤੇ ਇਸਤੇਮਾਲ ਕਰਨ ਡਏ ਨੇ, ਔਰ ਢੇਰ ਲਾ ਲਏ ਨੇ ਉਹਨਾਂ ਨੇ ਚੰਦ ਦਿਨਾਂ ਦੇ ਵਿੱਚ ਫਾਇਦਿਆਂ ਦੇ, ਅਰਬਾਂ ਰੁਪਏ ਕਮਾ ਲਏ ਨੇ। ਔਰ ਇਹ ਅਰਬਾਂ ਰੁਪਏ ਜਿਹੜੇ ਨੇ ਇਹ ਕਿਸ ਨਾਂ ਤੇ ਕਮਾਏ ਗਏ? ਮਜ਼ਹਬ ਦੇ ਨਾਂ ਤੇ, ਉਮਤ ਮੁਸਲਮਾਨ ਦੇ ਨਾਂ ਤੇ, ਫਲਸਤੀਨੀਆਂ ਦੇ ਨਾਂ ਤੇ। ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਕਿ ਤੁਸੀਂ ਕਿਹੜੀ ਚੀਜ਼ ਕਿੰਜ ਵੇਚਣ ਡਏ ਜੇ? ਫਲਸਤੀਨੀਆਂ ਦੇ ਤੁਸੀਂ ਮੁਸਾਇਬ ਵੇਚਣ ਡਏ ਜੇ। ਤੇ ਸੌ ਗੱਲ ਇਹ ਵੇ ਕਿ ਸਾਡੀ ਬੇਹਿੱਸੀ ਜਿਹੜੀ ਹੈ ਉਹ ਹੱਦ ਤੋਂ ਵੱਧ ਗਈ ਹੈ। ਅਸੀਂ ਇੱਕ ਤਾਂ ਮੰਗਤੇ
ਤੇ ਮੰਗਤੇ ਦੇ ਨਾਲ ਅਸੀਂ ਸ਼ਫਾਕ ਵੀ ਹੈਗੇ ਹਾਂ। ਅਸੀਂ ਸਿਰਫ ਲੋਭੀ ਹੈਗੇ ਹਾਂ, ਲਾਲਚੀ ਹੈਗੇ ਹਾਂ ਕਿ ਸਾਨੂੰ ਕੋਈ ਚੀਜ਼ ਲੱਭੇ, ਜਿਵੇਂ ਵੀ ਲੱਭ ਜਾਵੇ। ਅਸੀਂ ਉਹਦੇ ਵਾਸਤੇ ਲਾਸ਼ਾਂ ਵੀ ਵੇਚਣ ਨੂੰ ਤਿਆਰ ਹੈਗੇ ਹਾਂ। ਤੇ ਇਹ ਜਿਹੜਾ ਮਾਮਲਾ ਹੈਗਾ ਵੇ, ਸਾਡੀ ਇਹਨਾਂ ਕੰਪਨੀਆਂ ਦੇ ਉੱਤੇ ਕੋਈ ਰੈਗੂਲੇਟਰ ਤਾਂ ਹੋਣਗੇ। ਗਵਰਨਮੈਂਟ ਦੇ ਇਦਾਰੇ ਹੁੰਦੇ ਨੇ, ਫੂਡ ਡਿਪਾਰਟਮੈਂਟ ਹੁੰਦਾ ਵੇ, ਟੈਕਸ ਡਿਪਾਰਟਮੈਂਟ ਹੁੰਦਾ ਵੇ, ਤੇ ਗਵਰਨਮੈਂਟ ਬਰਾਹ ਰਾਸਤ ਜਿਹੜੀ ਹੈ ਕਬੀਨਾ ਦੀ ਸਤ੍ਹਾ ਦੇ ਉੱਤੇ ਵੀ ਇਹ ਅਗਰ ਇਸ ਸਤ੍ਹਾ ਦੀ ਮਾਮਲਾ ਹੋਵੇ ਤੇ ਉਹਦੀ ਕਾਰਵਾਈ ਦੀ ਮੁਦਾਖਲਤ ਦਾ ਹੁਕਮ ਦੇ ਸਕਦੀ। ਤੇ ਇੱਕ ਤਾਂ ਪਤਾ ਲਾਓ ਕਿ ਇਹ ਜਨਾਬ ਰੇਟ ਕਿਉਂ ਨਹੀਂ ਘੱਟ ਕੀਤੇ, ਇਹਦਾ ਸਟੈਂਡਰਡ ਠੀਕ ਕਰਵਾਓ। ਔਰ ਲੋਕਾਂ ਨੂੰ ਚਾਹੀਦਾ ਹੈ ਕਿ ਮੁਤਾਲਬਾ ਕਰਨ ਕਿ ਜਨਾਬ ਇਹਦਾ ਸਟੈਂਡਰਡ ਵੀ ਤੁਸੀਂ ਉਹ ਰੱਖੋ, ਤੇ ਵਰਨਾ ਫਿਰ ਇਹਦਾ ਵੀ ਬਾਈਕਾਟ ਕਰੋ। ਸਿੱਧੀ ਗੱਲ ਇਹ ਵੇ ਕਿ ਸੌਫਟ ਡਰਿੰਕ ਜਿਹੜੇ ਹੈਗੇ ਨੇ ਨਾ, ਅਸੀਂ ਤਾਂ ਜਦੋਂ ਜਿਮ ਜਾਣਾ ਸ਼ੁਰੂ ਕੀਤਾ ਤੇ ਸਾਡੇ ਉਸਤਾਦ ਨੇ ਇਹੀ ਗੱਲ ਦੱਸੀ ਕਿ ਬੇਕਰੀ ਦੀ ਆਈਟਮਸ ਤੋਂ ਬਚਣਾ, ਔਰ ਇਹ ਡਰਿੰਕਸ ਜਿਹੜੇ ਨੇ, ਤੇ ਉਹਨਾਂ ਕਹੀ ਤੁਹਾਨੂੰ ਅੱਧੀਆਂ ਬਿਮਾਰੀਆਂ ਤਾਂ ਵੈਸੇ ਹੀ ਨਹੀਂ ਹੋਣੀਆਂ। ਤੇ ਜਦੋਂ ਤੁਹਾਨੂੰ ਮਿਠਾਈ ਦੀ ਲੋੜ ਪਵੇ ਤੇ ਕੋਈ ਫਲ ਖਾਓ, ਤੇ ਜਦੋਂ ਸ਼ਰਬਤ ਦੀ ਲੋੜ ਪਵੇ ਤੇ ਘਰ ਕੋਈ ਜੂਸ ਬਣਾ ਲਵੋ, ਕੋਈ ਇਹੋ ਜਿਹੀ ਫਲ ਆਪਣੇ ਲਿਆ ਕੇ ਉਹਦੇ ਨਾਲ ਡਰਿੰਕ ਬਣਾ ਲਵੋ, ਤੇ ਇਹਨਾਂ ਦੀ ਜਾਨ ਛੱਡੋ। ਇਹ ਕੈਮੀਕਲ ਵਾਲੀਆਂ ਚੀਜ਼ਾਂ ਨੇ, ਸਾਡੀ ਸਿਹਤ ਵੀ ਬਰਬਾਦ ਕਰਦੀਆਂ ਨੇ। ਔਰ ਇਹ ਕਿੰਨਾ ਲੋਕਾਂ ਦੇ ਹੱਥ 'ਚ, ਉਹ ਸਾਡੇ ਵੀ ਲੋਕ ਹੋਣ ਤੇ ਉਹ ਬੇਰਹਿਮੀ ਵਿਖਾਉਂਦੇ ਨੇ, ਤੇ ਜੇ ਬਾਹਰ ਵਾਲੇ ਹੋਣ ਤੇ ਉਹ ਤਾਂ ਖੈਰ ਉਹਨਾਂ ਕੋਲੋਂ ਕੋਈ ਚੰਗੀ ਉਮੀਦ ਤੁਸੀਂ ਕਰ ਨਹੀਂ ਸਕਦੇ। ਪਰ ਇੱਕ ਗੱਲ ਜ਼ਰੂਰ ਹੈ ਕਿ ਉਹ ਤੁਹਾਨੂੰ ਕੋਈ ਮਿਆਰ ਜ਼ਰੂਰ ਦੇ ਦਿੰਦੇ ਨੇ। ਤੇ ਇਸ ਵੇਲੇ ਅਸੀਂ ਉਹ ਫਲਸਤੀਨੀਆਂ ਦੇ ਚੂੰਕਿ ਹੱਕ ਦੇ ਵਿੱਚ ਹਾਂ, ਅਸੀਂ ਉਹ ਨਹੀਂ ਸ਼ਰਬਤ ਔਰ ਉਹਨਾਂ ਦੇ ਜੂਸਿਸ ਔਰ ਜਿਹੜੇ ਡਰਿੰਕਸ ਨੇ ਉਹ ਲੈ ਪਾ ਰਹੇ, ਤੇ ਨਹੀਂ ਨਾ ਲੈਣੇ ਚਾਹੀਦੇ ਨੇ, ਸਾਨੂੰ ਬਾਈਕਾਟ ਕਰਨਾ ਚਾਹੀਦਾ ਹੁੰਦਾ। ਪਰ ਜਿਹੜੇ ਇਹ ਸਾਡੇ ਵਾਲੇ ਨੇ, ਇਹਨਾਂ ਦੇ ਉੱਤੇ ਵੀ ਦਬਾਅ ਬਣਾਉਣਾ ਚਾਹੀਦਾ ਹੈ। ਔਰ ਮੇਰਾ ਖਿਆਲ ਹੈ ਇੱਕ ਬਾਈਕਾਟ ਇਹਨਾਂ ਦੇ ਖਿਲਾਫ ਵੀ ਬਣਦਾ ਹੈ। ਜੀਂਦੇ ਰਹੋ, ਵਸਦੇ ਰਹੋ, ਤੇ ਆਪਣੇ ਹਕੂਕ ਵਾਸਤੇ ਹਮੇਸ਼ਾ ਅਲਰਟ ਰਹੋ, ਚੌਕਸ ਰਹੋ, ਔਰ ਦੂਸਰਿਆਂ ਨੂੰ ਵੀ ਆਗਾਹ ਕਰਦੇ ਰਹੋ।